ਕਿਵੇਂ ਦੇਖਦੇ ਹੋ ਟਿਕਟ ਕੱਟੀ ਗਈ ਆ, ਆਸ਼ੂ ਬਾਂਗੜ ਨੂੰ ਟਿਕਟ ਦੇ ਦਿੱਤੀ ਗਈ ਆ, ਕੀ ਲੱਗਦਾ ਆਸ਼ੂ ਬਾਂਗੜ ਲੋਕਾਂ ਦੀਆਂ ਉਮੀਦਾਂ ਤੇ ਖਰਾ ਉਤਰ ਪਾਉਣਗੇ? ਜਿਹੜਾ ਪੈਰਾਸ਼ੂਟ ਰਾਹੀਂ ਆਇਆ ਹੋਇਆ ਲੋਕ ਉਹ ਲੋਕਾਂ ਤੱਕ ਕਿੱਥੇ ਗਰਾਊਂਡ ਲੈਵਲ ਤੇ ਕਿੰਨੇ 15 ਦਿਨ ਦੇ ਵਿੱਚ ਕਿੰਨਾ ਗਰਾਊਂਡ ਲੈਵਲ ਤੇ ਕਿਸੇ ਕੋਲ ਚਲਿਆ ਜਾਏਗਾ? ਕੀ ਲੱਗਦਾ ਹੁਣ ਕਾਂਗਰਸ ਫਿਰੋਜ਼ਪੁਰ ਦਿਹਾਤੀ ਤੋਂ ਸੀਟ ਕੱਢ ਪਾਵੇਗੀ? ਹਾਈ ਕਮਾਂਡ ਨੇ ਜਿਹੜਾ ਫੈਸਲਾ ਗਲਤ ਕੀਤਾ ਹੈ, ਇਹ ਟਿਕਟ ਦਿਹਾਤੀ ਦੀ ਜਿਹੜੀ ਗੁਰੂ ਸਾਹਿਬ ਦੀ ਟਿਕਟ ਇਹ ਸਾਰੀ ਕਾਲੀਆਂ ਦੀ ਜਾਂ ਝੋਲੀ ਜਾਂ ਕਿਸੇ ਦੀ ਝੋਲੀ 'ਚ ਪਾਉਣ ਵਾਲੀ ਗੱਲ ਕੀਤੀ ਹੈ। ਲਾਡੀ ਜੀ, ਟਿਕਟ ਕੱਟੀ ਗਈ ਆ, ਆਸ਼ੂ ਬਾਂਗੜ ਨੂੰ ਟਿਕਟ ਦੇ ਦਿੱਤੀ ਗਈ ਆ, ਕਿਵੇਂ ਦੇਖਦੇ ਹੋ? ਦੇਖੋ ਹਾਈ ਕਮਾਂਡ ਨੇ ਫੈਸਲਾ ਕਰਨਾ ਸੀਗਾ, ਮੈਂ ਕੀ ਕਹਿ ਸਕਦਾ ਇਸ ਮੈਂ ਬੇਨਤੀ ਕਰ ਸਕਦਾ, ਮੇਰੇ ਨਿੱਕੇ ਨਿੱਕੇ ਬੱਚੇ ਉਹਨਾਂ ਨੂੰ ਤਰਸ ਕਰਨਾ ਚਾਹੀਦਾ ਸੀ। ਬਹੁਤ ਮਿਹਨਤ ਕਰਕੇ ਇੱਥੇ ਤੱਕ ਪਹੁੰਚਿਆ, ਮੈਨੂੰ ਪਾਰਟੀ ਨੂੰ ਸੋਚਣਾ ਚਾਹੀਦਾ। ਮੇਰੇ ਸਾਡੇ ਪਾਰਟੀ ਦੇ ਖਾਤਰ ਅਸੀਂ 2012 ਦੇ ਵਿੱਚ 302 ਦਾ ਪਰਚਾ ਆਇਆ, ਜ਼ਮੀਨ ਮੇਰੀ ਵਿਕ ਗਈ, ਘਰ ਮੇਰਾ ਵਿਕ ਗਿਆ ਸੀਗਾ, ਜਿਹੜਾ ਕਿ ਅਸੀਂ ਨਿੱਕੇ ਨਿੱਕੇ ਬੱਚੇ 2.5 ਸਾਲ ਅਸੀਂ ਮਤਲਬ ਕਿ ਜਿਹੜਾ ਘਰੋਂ ਬੇਕਾਰ ਹੋਏ ਆ। ਅਸੀਂ ਪਾਰਟੀ ਲਈ ਬੜਾ ਸੇਵਾ ਕੀਤੀ ਆ। ਵਿਰੋਧੀ ਕਹਿੰਦੇ ਕਿ ਲਾਡੀ ਗਹਿਰੀ ਨੇ ਲੋਟੀ ਬਹੁਤ ਮਚਾਈ ਹੋਈ ਸੀ, ਨਜਾਇਜ਼ ਪਰਚੇ ਕਰਾਏ ਗਏ, ਰੇਤਾਂ ਦੀਆਂ ਖੱਡਾਂ ਨੂੰ ਲੈ ਕੇ ਵੀ ਆਡੀਓ ਵਾਇਰਲ ਹੋਈਆਂ। ਇੱਕ ਵੀ ਪਰਚਾ ਕੋਈ ਵਿਖਾ ਦੇ ਲਾਡੀ ਗਹਿਰੀ ਨੇ ਕਿ ਪਰਿਵਾਰ ਨੇ ਕਰਾਇਆ ਤੇ ਮੈਂ ਸਿਆਸਤ ਦੀ ਛੱਡ ਦਿੱਤੀ। ਡਟ ਕੇ ਵਿਰੋਧ ਕੀਤਾ ਗਿਆ ਕਿ ਸਤਿਕਾਰ ਕੌਰ ਗਹਿਰੀ ਨੂੰ ਜਿਹੜੀ ਟਿਕਟ ਨਾ ਦਿੱਤੀ ਜਾਵੇ। ਕੀ ਲੱਗਦਾ ਉਸ ਦਾ ਵੀ ਕੋਈ ਅਸਰ ਪਿਆ? ਸਾਰੇ ਜਿਹੜੇ ਕੈਂਡੀਡੇਟ ਇਕੱਠੇ ਹੋ ਕੇ ਹਾਈ ਕਮਾਂਡ ਨੂੰ ਲਿਖ ਕੇ ਦੇ ਕੇ ਵੀ ਆਏ ਆ ਕਿ ਪਾਰਟੀ ਦੇ ਵਿੱਚੋਂ ਹੀ ਕੈਂਡੀਡੇਟ ਹੋਣਾ ਚਾਹੀਦਾ, ਪਰ ਉਹਨਾਂ ਨੇ ਜਿਹੜਾ ਕਿ ਉਹ ਝਾੜੂ ਵਾਲਾ ਜਿਹੜਾ ਕਿ ਆਪ ਵਾਲਾ ਜਿਹੜਾ ਉਹ ਲੈ ਕੇ ਆਂਦਾ। ਹੁਣ ਉਹ ਕਹਿੰਦੇ ਆ ਕਿ ਨਹੀਂ ਸਾਨੂੰ ਗਹਿਰੀ ਚੰਗਾ ਸੀਗਾ, ਪਰਿਵਾਰ ਹਮੇਸ਼ਾ ਸਾਡੀ ਗੱਲ ਤਾਂ ਸੁਣਦਾ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਪੰਜਾਬੀ ਲੋਕ ਚੈਨਲ ਤੇ ਮੈਂ ਹਾਂ ਪਰਮਜੀਤ ਸਖਾਣਾ। ਗੱਲਬਾਤ ਕਰਨ ਜਾ ਰਹੇ ਹਾਂ ਫਿਰੋਜ਼ਪੁਰ ਦਿਹਾਤੀ ਦੀ ਸਿਆਸਤ ਨੂੰ ਲੈ ਕੇ। ਬੀਤੇ ਦਿਨ ਫਿਰੋਜ਼ਪੁਰ ਦਿਹਾਤੀ ਤੋਂ ਵਿਧਾਇਕਾ ਸਤਿਕਾਰ ਕੌਰ ਗਹਿਰੀ ਦੀ ਟਿਕਟ ਜਿਹੜੀ ਕਿ ਉਹ ਕੱਟ ਦਿੱਤੀ ਗਈ ਹੈ ਅਤੇ ਆਸ਼ੂ ਬਾਂਗੜ ਨੂੰ ਜਿਹੜੀ ਟਿਕਟ ਆ ਉਹ ਕਾਂਗਰਸ ਹਾਈ ਕਮਾਂਡ ਨੇ ਦੇ ਦਿੱਤੀ ਹੈ, ਜਿਸ ਦੇ ਵਿਰੋਧ ਵਿੱਚ ਅੱਜ ਵਿਧਾਇਕਾ ਸਤਿਕਾਰ ਕੌਰ ਗਹਿਰੀ ਦੇ ਘਰ ਦੇ ਬਾਹਰ ਜਿਹੜੇ ਪਿੰਡਾਂ ਦੇ ਸਰਪੰਚ ਅਤੇ ਵਰਕਰ ਜਿਹੜੇ ਉਹ ਪਹੁੰਚੇ ਹੋਏ ਆ। ਸਾਡੇ ਨਾਲ ਕੁਝ ਲੋਕ ਮੌਜੂਦ ਆ, ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ। ਕੀ ਨਾਮ ਜੀ ਤੁਹਾਡਾ? ਮੇਰਾ ਨਾਮ ਸਰਦਾਰ ਦਲਜੀਤ ਸਿੰਘ ਹੈ ਜੀ, ਨਗਰ ਕੌਂਸਲ ਪ੍ਰਧਾਨ, ਸੀਨੀਅਰ ਮੀਤ ਪ੍ਰਧਾਨ ਮਮਦੋਟ। ਵਿਧਾਇਕਾ ਸਤਿਕਾਰ ਕੌਰ ਗਹਿਰੀ ਦੀ ਟਿਕਟ ਕੱਟ ਦਿੱਤੀ ਗਈ ਆ, ਆਸ਼ੂ ਬਾਂਗੜ ਨੂੰ ਟਿਕਟ ਦੇ ਦਿੱਤੀ ਗਈ ਆ, ਕਿਵੇਂ ਦੇਖਦੇ ਹੋ? ਬਹੁਤ ਮਾੜੀ ਗੱਲ ਹੈ ਜੀ। ਪਾਰਟੀ ਨੇ ਕੋਈ ਵੀ ਇਸ ਤੇ ਸੋਚ ਵਿਚਾਰ ਕੇ ਨਹੀਂ ਕੀਤਾ। ਜੋ ਵੀ ਆ ਕੋਈ 2-4 ਵੀਡੀਓਆਂ, ਹਰੇਕ ਇਨਸਾਨ ਜਿਹੜਾ 5 ਸਾਲ ਪਾਰਟੀ ਦੇ ਵਿੱਚ ਕੰਮ ਕਰੇਗਾ, ਪਾਰਟੀ ਦੀ ਹਲਕੇ ਦੀ ਕਮਾਂਡ ਕਰੇਗਾ, ਉਹਦੇ ਵਿਰੋਧ ਵੀ ਹੋਣਗੇ, ਉਹਦੇ ਹੱਕ 'ਚ ਵੀ ਆ। ਅਸੀਂ ਲੋਕ ਜਿਨ੍ਹਾਂ ਨੇ ਸਾਡੇ ਕੰਮ ਆ, ਅਸੀਂ ਰਾਤ ਨੂੰ 12 ਵਜੇ ਵੀ ਆ ਕੇ ਉਠਾਉਂਦੇ ਸੀ ਤੇ ਸਾਡੇ ਕੰਮ ਹੁੰਦੇ ਸੀ। ਅਸੀਂ ਉਹਨਾਂ ਨੂੰ ਨਹੀਂ ਪਾਰਟੀ ਨੇ ਉੱਪਰ 2-4 ਵੀਡੀਓ ਜਾਂ ਕੁਝ ਵੀ ਹੋਰ ਦੇਖਿਆ ਹੋਵੇਗਾ। ਜੇ ਪਾਰਟੀ 22 ਹਜ਼ਾਰ ਲੀਡ ਦੇ MLA ਨੂੰ ਟਿਕਟ ਨਹੀਂ ਦੇ ਸਕਦੀ ਤੇ ਉਹ ਤਾਂ ਜਾਣ ਕੇ ਪਰੋਸਣਾ ਹੀ ਆ। ਪਰੋਸਣ ਵਾਲੀ ਗੱਲ ਆ ਵੀ ਇਹ ਤਿੰਨੇ ਸੀਟਾਂ ਫਿਰੋਜ਼ਪੁਰ ਦਿਹਾਤੀ, ਗੁਰੂ ਹਰਸਾ ਤੇ ਜਲਾਲਾਬਾਦ ਪਰੋਸ ਕੇ ਅਕਾਲੀ ਦਲ ਦੀ ਝੋਲੀ 'ਚ ਪਾ ਦੇਣ। ਇਹ ਕਾਂਗਰਸ ਹੈ, ਜੇ ਸੀਟਾਂ ਹਾਰਦੀਆਂ ਇਹਦੀ ਵੱਡੀ ਜ਼ਿੰਮੇਵਾਰੀ ਹਾਈ ਕਮਾਂਡ ਦੀ ਹੋਏਗੀ। ਕੀ ਲੱਗਦਾ ਅਗਰ ਆਸ਼ੂ ਬਾਂਗੜ ਦੀ ਗੱਲ ਕਰੀਏ ਤਾਂ ਕੀ ਲੋਕਾਂ ਦੀਆਂ ਉਮੀਦਾਂ ਤੇ ਖਰਾ ਉਤਰ ਪਾਉਣਗੇ? ਦੇਖੋ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ, ਪਰ ਉਹ ਜਿਹੜਾ ਪੈਰਾਸ਼ੂਟ ਰਾਹੀਂ ਆਇਆ ਹੋਇਆ ਲੋਕ ਉਹ ਲੋਕਾਂ ਤੱਕ ਕਿੱਥੇ ਗਰਾਊਂਡ ਲੈਵਲ ਤੇ ਕਿੰਨੇ 15 ਦਿਨ ਦੇ ਵਿੱਚ ਕਿੰਨਾ ਗਰਾਊਂਡ ਲੈਵਲ ਤੇ ਕਿਸੇ ਕੋਲ ਚਲਿਆ ਜਾਏਗਾ? ਇਹ ਤਾਂ ਫਿਰ ਉਹੀ ਲੋਕ ਹੈ ਜਿਹੜੇ ਆਪ ਵਾਲੇ ਨੇ, ਜਿਹੜੇ ਕੋਈ ਹੋਰ ਧਨਾੜ ਲੋਕ ਨੇ। ਪਹਿਲਾਂ ਉਹ ਆਪ ਵਾਲੇ ਵਰਕ ਸੀ, ਉਹ ਟੀਮ ਹੈ, ਉਹਦਾ ਟੀਮ ਵਰਕ ਹੈਗਾ। ਉਹੀ ਲੋਕ ਹੀ ਸਾਡੇ ਤੇ ਆ ਕੇ ਰਾਜ ਕਰਨਗੇ, ਕਹਿਣਗੇ ਜੀ ਅਸੀਂ ਹੁਣ ਕਾਂਗਰਸ ਵੱਲੋਂ ਆਏ ਹਾਂ ਜੀ, ਅਸੀਂ ਕਾਂਗਰਸ ਦਾ ਕਰਾਂਗੇ। ਸਾਡੇ ਜਿਹੜਾ ਕਾਂਗਰਸ ਜਿਹੜਾ ਵਰਕਰ ਹੈ ਨਾ, ਜਿਹੜਾ ਰੀੜ੍ਹ ਦੀ ਹੱਡੀ ਆ, ਉਹਦੇ ਤੱਕ ਤਾਂ ਅੱਗੇ ਹੀ 10 ਸਾਲ ਦੇ ਵਿੱਚ ਲੋਕ ਲਾਡੀ ਪਰਿਵਾਰ ਨਾਲ ਜੁੜੇ ਸੀ। ਗਰਾਊਂਡ ਲੈਵਲ ਤੋਂ ਥੱਲੇ ਲੈਵਲ ਤੋਂ ਲਾਡੀ ਪਰਿਵਾਰ ਨਾਲ ਜੁੜੇ ਸੀ, ਜੋ ਰਾਤ 12 ਵਜੇ ਆਉਂਦੇ ਸੀ, 1 ਵਜੇ, ਜਿੰਨੇ ਵਜੇ ਵੀ ਆ ਕੇ ਉਹਨਾਂ ਬੈਲ ਮਾਰਨੀ, ਬਾਂਹ ਫੜ ਕੇ ਅਗਲੇ ਕੰਮ ਕਰਾ ਕੇ ਚਲੇ ਜਾਣ ਸੀ। ਸਾਨੂੰ ਇਹ ਦੱਸੋ ਵੀ ਅਸੀਂ ਆ ਜਿਹੜੇ ਕਾਂਗਰਸੀ ਵਰਕਰ ਆ, ਅਸੀਂ ਕਿੰਦੇ ਤੋਂ ਕੰਮ ਆ, ਕਿੱਥੇ ਜਾਵਾਂ ਕਰਾਂਗੇ? ਮੋਗੇ 60 ਕਿਲੋਮੀਟਰ ਤੇ ਜਾਇਆ ਕਰਾਂਗੇ। ਸਾਨੂੰ ਦੱਸੇ ਤਾਂ ਸੀ, ਪਾਰਟੀ ਦੱਸੇ ਤਾਂ ਸੀ ਵੀ ਤੁਸੀਂ ਜੇ ਤੁਹਾਨੂੰ ਕੋਈ ਰਾਤ ਬਰਾਤੇ ਵਰਕਰ ਨੂੰ ਕੋਈ ਮੁਸੀਬਤ ਪੈ ਜਾਂਦੀ ਹੈ ਤੇ ਉਹ ਕਿਹੜੇ ਲੀਡਰ ਕੋਲ ਕਿੱਥੇ ਜਾਏਗਾ? ਸਾਨੂੰ ਇਸ ਗੱਲਾਂ ਦਾ ਸਾਨੂੰ ਹਾਈ ਕਮਾਂਡ ਸਾਨੂੰ ਜਵਾਬ ਦੇਵੇ। ਜੇ ਤਾਂ ਤੁਸੀਂ ਉਹ ਵਰਕਰ ਨੂੰ ਠੀਕ ਆ ਉੱਤੇ ਬੈਠੇ ਆ, ਉਹ ਆਪਸ ਦੇ ਵਿੱਚ ਉਲਝੀ ਜਾਂਦੇ ਹੋ ਜੀ, ਉਹ ਮੈਂ ਉਸ ਧੜੇ ਨੂੰ ਉਹਨੂੰ ਟਿਕਟ ਦੇਣੀ ਆ ਜੀ, ਉਸ ਧੜੇ ਨੇ ਉਹਨੂੰ ਟਿਕਟ ਦੇਣੀ ਆ ਜੀ। ਸਾਨੂੰ ਇਹ ਹਾਈ ਕਮਾਂਡ ਦੱਸੇ ਤਾਂ ਸੀ, ਸਾਡੇ ਉੱਤੇ ਥੋਪ ਕੇ ਘੱਲਿਆ। ਕੋਈ ਸਾਡੇ ਵਰਕਰਾਂ ਦੀ ਭਾਵਨਾਵਾਂ ਸਾਡਿਆਂ ਦੀ ਸੁਣੀ ਆ ਕਿਸੇ ਦੀ? ਅੱਜ ਤੁਸੀਂ ਇੱਥੇ ਇਕੱਠਾ ਹੋਏ ਹੋ, ਇਕੱਠਾ ਹੋਣ ਦਾ ਕੀ ਕਾਰਨ? ਇੱਥੇ ਇਕੱਠੇ ਹੁੰਦੇ ਅਸੀਂ ਗਹਿਰੀ ਪਰਿਵਾਰ ਨਾਲ ਆ। ਜੋ ਸਾਨੂੰ ਗਹਿਰੀ ਪਰਿਵਾਰ ਸਾਨੂੰ ਕਰੇਗਾ, ਅਸੀਂ ਉਹਨਾਂ ਦੀ ਸਾਰਾ ਸਰਕਲ ਵਾਈਜ਼ ਦਾ ਜੋ ਵੀ ਹੈਗਾ ਉਹਨਾਂ ਦੇ ਨਾਲ ਅਸੀਂ ਅੱਜ ਵੀ ਖੜੇ ਆ, ਪਹਿਲਾਂ ਵੀ ਖੜੇ ਸੀ, ਆਉਣ ਵਾਲੇ ਸਮੇਂ 'ਚ ਵੀ ਖੜਾਂਗੇ।
ਕੀ ਲੱਗਦਾ ਪਾਰਟੀ ਨੂੰ ਇੱਕ ਵਾਰੀ ਗੌਰ ਹੋਰ ਕਰਨੀ ਚਾਹੀਦੀ ਆ? ਬਿਲਕੁਲ ਜੀ, ਗੌਰ ਕਰਨੀ ਚਾਹੀਦੀ ਹੈ ਪਾਰਟੀ ਨੂੰ ਗੌਰ ਕਰਨ ਵਾਸਤੇ ਤਾਂ ਸਾਨੂੰ ਅੱਜ ਅਸੀਂ ਹੋਰ ਕੀ ਵਰਕ ਕਰਨਾ। 15 ਦਿਨ ਹੋ ਗਿਆ ਅਸੀਂ ਸਾਰੀਆਂ ਮੀਟਿੰਗਾਂ, ਸਾਰੀਆਂ ਵੀਡੀਓ, ਸਾਰਾ ਕੁਝ ਪਾਰਟੀ ਨੂੰ ਕਰ ਰਹੇ ਹਾਂ। ਪਾਰਟੀ ਪਤਾ ਨਹੀਂ ਕੀ ਉਹ ਆਪਣੇ ਅੱਖਾਂ ਤੇ ਉਹ ਪਾਈ ਖੜੀ ਆ, ਪਰਦਾ ਪਾਈ ਖੜੀ ਆ, ਤੇ ਉਹ ਕਿਸੇ ਦੀ ਸੁਣਵਾਈ ਨਹੀਂ ਹੋ ਰਹੀਗੀ। ਜਿਹੜਾ 22,000 ਤੇ ਵੋਟ ਤੇ ਲੀਡ ਤੇ ਜਿੱਤਿਆ, ਮੈਨੂੰ ਦੱਸੋ ਪੰਜਾਬ ਦੇ ਵਿੱਚ ਕਿਸੇ ਹੋਰ ਲੀਡ ਦੇ ਆ? ਕਿਸੇ ਨੂੰ 22,000 ਨੂੰ ਆ। ਜਿਹੜੇ ਨਹੀਂ ਹੈਗੇ ਨਵੇਂ ਲਿਆ ਕੇ ਸਾਨੂੰ ਥੋਪ ਕੇ ਦੇਤੇ ਆ। ਵੋਟ ਬੈਂਕ ਵੇਖਿਆ ਨਹੀਂਗਾ ਉਹਨਾਂ ਦਾ। ਪਾਰਟੀ ਟਿਕਟ ਤੋਂ ਬਗੈਰ ਭਾਵੇਂ ਸਰਪੰਚ ਹੀ ਉਹਨੂੰ ਖਿਲਾਰ ਕੇ ਦੇਖ ਲਵੇ, ਕਿਤੇ 10 ਡੱਬੇ ਰੱਖ ਕੇ ਦੇਖ ਲਵੇ, ਜੇ ਕਿਸੇ ਦੀਆਂ 10 ਵੋਟਾਂ ਵੀ ਨਿਕਲਣ, ਪਰ ਪਾਰਟੀ ਵਰਕਰਾਂ ਨੂੰ ਨਾ ਮਾਰੇ। ਮੇਰੀ ਇਹੀ ਹਾਈ ਕਮਾਂਡ ਨੂੰ ਬੇਨਤੀ ਆ, ਵਰਕਰਾਂ ਨੂੰ ਨਾ ਮਾਰੋ। ਉਹ ਰੀੜ ਦੀ ਹੱਡੀ ਹੁੰਦੇ ਆ, ਜਿਹੜੇ ਵਰਕਰਾਂ ਦੀਆਂ ਭਾਵਨਾਵਾਂ ਨੂੰ ਉਹ ਸਮਝਣ, ਤੇ ਇਸ ਕਰਕੇ ਉਹ ਸਾਡੀ ਬੇਨਤੀ ਤੇ ਦੁਬਾਰਾ ਗੌਰ ਜ਼ਰੂਰ ਕਰਨ। ਤਾਂ ਸਾਡੇ ਨਾਲ ਹੋਰ ਵੀ ਲੋਕ ਮੌਜੂਦ ਆ। ਕੀ ਨਾਮ ਜੀ ਤੁਹਾਡਾ? ਮੇਰਾ ਨਾਮ ਰੋਸ਼ਨ ਸਿੰਘ ਜੀ। ਰੋਸ਼ਨ ਸਿੰਘ ਜੀ, ਕਿਵੇਂ ਦੇਖਦੇ ਹੋ ਟਿਕਟ ਕੱਟੀ ਗਈ ਆ, ਆਸ਼ੂ ਬਾਂਗੜ ਨੂੰ ਟਿਕਟ ਦੇ ਦਿੱਤੀ ਗਈ ਆ, ਕੀ ਲੱਗਦਾ ਆਸ਼ੂ ਬਾਂਗੜ ਲੋਕਾਂ ਦੀਆਂ ਉਮੀਦਾਂ ਤੇ ਖਰਾ ਉਤਰ ਪਾਉਣਗੇ? ਬਹੁਤ ਮਾੜਾ ਹੈ ਜੀ ਜਿਹੜੇ ਮੈਡਮ ਸਤਿਕਾਰ ਕੌਰ ਗਹਿਰੀ ਦੀ ਟਿਕਟ ਕੱਟੀ ਗਈ ਹੈ ਜੀ। ਇਹਨਾਂ ਨੂੰ ਇੱਕ ਸਧਾਰਨ ਪਰਿਵਾਰ ਆ ਤੇ ਸਿੰਪਲ ਪਰਿਵਾਰ ਹੈ। ਇਹਨਾਂ ਨੂੰ ਕਦੋਂ ਮਰਜ਼ੀ ਅਸੀਂ ਇਹਨਾਂ ਦੇ ਦਿਨੇ ਆਈਏ ਰਾਤ ਆਈਏ, ਕੋਈ ਵੀ ਵਿਅਕਤੀ ਆਉਂਦਾ ਹੈ ਜਾਂ ਵੋਟਰ ਆਉਂਦਾ ਹੈ ਤੇ ਇਹਨਾਂ ਨੇ ਕਦੀ ਮੋੜਿਆ ਨਹੀਂ। ਇਹਨਾਂ ਨੇ ਪਿੰਡਾਂ ਦੇ ਵਿਕਾਸ ਨੂੰ ਲੈ ਕੇ ਜੋ ਲੋਕਾਂ ਦੇ ਕੰਮ ਕੀਤੇ ਹਨ, ਤੇ ਸਰਕਾਰ ਨੂੰ ਚਾਹੀਦਾ ਹੈ ਕਿ ਹਾਈ ਕਮਾਂਡ ਨੂੰ ਚਾਹੀਦਾ ਕਿ ਇਹਨਾਂ ਨੂੰ ਟਿਕਟ, ਜਿੰਨੀ ਇਹਨਾਂ ਮਿਹਨਤ ਕੀਤੀ ਹੈ ਲੋਕਾਂ 'ਚ ਵਿਤਰਦੇ ਆ ਰਹੇ ਹਨ, ਤੇ ਇਹਨਾਂ ਨੂੰ ਟਿਕਟ ਦੇਣੀ ਚਾਹੀਦੀ ਸੀ। ਤਾਂ ਟਿਕਟ ਦੇਣ ਦੀ ਜਿਹੜੀ ਗੱਲ ਆਖੀ ਜਾ ਰਹੀ ਆ, ਸਾਡੇ ਨਾਲ ਹੋਰ ਵੀ ਲੋਕ ਮੌਜੂਦ ਆ। ਕੀ ਨਾਮ ਜੀ ਤੁਹਾਡਾ? ਗਰਮੇਸ਼ ਸਿੰਘ, ਸਰਪੰਚ ਨੂਰਪੁਰ ਸੇਠਾਂ ਜੀ। ਸਰਪੰਚ ਸਾਹਿਬ, ਕਿਵੇਂ ਦੇਖਦੇ ਹੋ ਟਿਕਟ ਕੱਟੀ ਗਈ ਆ, ਆਸ਼ੂ ਬਾਂਗੜ ਨੂੰ ਟਿਕਟ ਦੇ ਦਿੱਤੀ ਗਈ ਆ, ਲੰਮਾ ਸਮਾਂ ਵਿਧਾਇਕਾ ਸਤਿਕਾਰ ਕੌਰ ਗਹਿਰੀ ਹਲਕੇ ਵਿੱਚ ਵਿਚਰੇ ਆ, ਕੰਮ ਕਰਾਏ ਗਏ ਆ, ਕਿਤੇ ਦੋਸ਼ ਵੀ ਲੱਗੇ ਆ ਕਿ ਕੰਮ ਜਿਹੜੇ ਵਿਕਾਸ ਉਹ ਨਹੀਂ ਕਰਵਾਇਆ ਗਿਆ, ਪਰ ਅੱਜ ਮੇਨ ਗੱਲ ਆ ਕਿ ਟਿਕਟ ਨੂੰ ਲੈ ਕੇ ਕਿ ਟਿਕਟ ਜਿਹੜੀ ਕੱਟੀ ਗਈ ਆ, ਕੀ ਕਾਰਨ ਸਮਝਦੇ ਹੋ, ਕਿੱਥੇ ਕਮੀ ਰਹਿ ਗਈ? ਕਮੀ ਤਾਂ ਜੀ ਕੰਮ ਤਾਂ ਇਹਨਾਂ ਨੇ ਸਾਰੇ ਹਲਕੇ 'ਚ ਕਰਵਾਇਆ। ਚਲੋ ਕੋਈ ਇੱਕੋ ਦੁੱਕੋ ਪਿੰਡਾਂ 'ਚ ਰਹਿ ਗਏ ਹੋਣਗੇ ਜਿੱਥੇ ਉਹ ਲੋਕਾਂ ਦੀ ਆਪਸੀ ਝਗੜੇ ਕਰਨ, ਤੇ ਕੰਮ ਤਾਂ ਇਹਨਾਂ ਨੇ ਜਿੰਨੇ ਕਰਾਇਆ ਔਰ ਲੋਕਾਂ 'ਚ ਵਿਚਰਦੇ ਰਹੇ, ਔਰ ਲਾਡੀ ਗਹਿਰੀ ਜਿਹੜਾ ਉਹਨਾਂ ਦਾ ਸਾਥ ਦਿੰਦੇ ਰਹੇ, ਸਾਡੇ ਨਾਲ ਰਹੇ ਆ। ਔਰ ਅਸੀਂ ਇਹ ਸਮਝਦੇ ਵੀ ਕਈ ਵਾਰੀ ਹੋ ਸਕਦਾ ਜਿਹੜੇ ਬੰਦੇ ਕੋਈ ਆਪ ਨੂੰ ਅੱਗੇ ਲਿਆਉਣਾ ਚਾਹੁੰਦੇ ਆ ਤੇ ਵੀ ਅਸੀਂ ਇਹ ਬੰਦੇ ਦੀ ਟਿਕਟ ਕਟਾ ਦਈਏ ਤੇ ਸਾਨੂੰ ਜਿਹੜਾ ਅੱਗੇ ਅਸੀਂ ਮੰਤਰੀ ਬਣ ਜਾਾਂਗੇ ਜਾਂ ਕੁਝ, ਕਈ ਬੰਦਿਆਂ ਦੇ ਇਹ ਵੀ ਹੁੰਦਾ। ਔਰ ਬਾਕੀ ਮੈਂ ਸਮਝਦਾ ਕਿ ਜਿਹੜੀ ਇਹ ਹਾਈ ਕਮਾਂਡ ਨੇ ਟਿਕਟ ਕੱਟੀ ਇਹਨਾਂ ਦੀ ਸਤਿਕਾਰ ਕੌਰ ਗਹਿਰੀ, ਇਹ ਬਹੁਤ ਚੰਗਾ ਨਹੀਂ ਕੀਤਾ, ਮਾੜਾ ਕੀਤਾ, ਕਿਉਂਕਿ ਇਹ ਪਾਰਟੀ ਹਾਈ ਕਮਾਂਡ ਨੂੰ ਟਿਕਟ ਦੇਣੀ ਚਾਹੀਦੀ, ਕਿਉਂਕਿ 22,000 ਦੀ ਲੀਡ ਤੇ ਜਿਹੜੇ ਐਮਐਲਏ ਜਿੱਤਦੇ ਆ ਉਹਨਾਂ ਨੂੰ ਤਾਂ ਟਿਕਟ ਪੱਕੀ ਦੇਣੀ ਚਾਹੀਦੀ ਸੀ, ਕਿਉਂਕਿ ਅਗਲੇ ਸਾਲ ਪਤਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਇਹ 22,000 ਤੋਂ 32 ਵੀ ਹੋ ਸਕਦਾ। ਔਰ 22,000 ਦੀ ਲੀਡ ਤੇ ਜੇ ਆਪਾਂ ਮੈਡਮ ਸਰਕਾਰ ਕੋਲ ਗਹਿਰੀ ਜਿੱਤਦੀ ਹੈ ਤੇ ਇਸ ਵਾਰ ਕਿੰਨੀ ਲੋਕ ਹੀ ਵੋਟ ਤੋੜ ਦੇਣਗੇ, ਤੇ ਉਹ ਜਿੱਤ ਉਹਨਾਂ ਦੀ ਪੱਕੀ ਸੀਗੀ, ਕਿਉਂਕਿ ਹਾਈ ਕਮਾਂਡ ਨੇ ਜਿਹੜਾ ਫੈਸਲਾ ਗਲਤ ਕੀਤਾ ਹੈ। ਇਹ ਟਿਕਟ ਦਿਹਾਤੀ ਦੀ ਜਿਹੜੀ ਗੁਰੂ ਸਾਹਿਬ ਦੀ ਟਿਕਟ, ਇਹ ਸਾਰੀ ਕਾਲੀਆਂ ਦੀ ਜਾਂ ਝੋਲੀ ਜਾਂ ਕਿਸੇ ਦੀ ਝੋਲੀ 'ਚ ਪਾਉਣ ਵਾਲੀ ਗੱਲ ਕੀਤੀ ਹੈ, ਔਰ ਕਾਂਗਰਸ ਪਾਰਟੀ ਦੀ ਇਹ ਸੀਟ ਪੱਕੀ ਸੀ। ਮੈਂ ਅੱਜ ਵੀ ਦਾਅਵੇ ਨਾਲ ਕਹਿਣਾ, ਉਦੋਂ ਵੀ ਕਹਿੰਦਾ ਸੀ, ਅੱਜ ਤੱਕ ਵੀ ਕਹਾਂਗੇ ਕਿ ਮੈਡਮ ਸਤਿਕਾਰ ਕੌਰ ਗਹਿਰੀ ਜਿੱਤੇ ਹੋਏ ਸੀ, ਅਸੀਂ ਜਿਤਾਏ ਹੋਏ ਸੀ, ਕਿਸੇ ਗੱਲ ਦੀ ਕਮੀ ਨਹੀਂ ਸੀ। ਪਰ ਹਾਈ ਕਮਾਂਡ ਨੇ ਆਪਣੀ ਆਪ ਇਹ ਸੀਟ ਜਿਹੜੀ ਹਰਵਾਈ ਹੈ, ਸਾਡੇ ਕੋਲੋਂ ਹਰਵਾ ਰਹੀ ਹੈ, ਔਰ ਮੈਡਮ ਸਰਕਾਰ ਕੌਰ ਗਹਿਰੀ ਨੂੰ ਟਿਕਟ ਵਾਪਸ ਦੇ ਦੇਵੇ। ਅਸੀਂ ਇਹਨਾਂ ਦਾ ਸਾਥ ਦੇਣ ਨੂੰ ਅੱਜ ਵੀ ਤਿਆਰ ਖੜੇ ਹਾਂ, ਔਰ ਡਟ ਕੇ ਮੁਕਾਬਲਾ ਕਰਾਂਗੇ, ਤਨੋਂ ਮਨੋਂ ਤਨੋਂ, ਪੈਸਾ ਵੀ ਖਰਚਣ ਨੂੰ ਤਿਆਰ ਇਹਨਾਂ ਦੇ ਨਾਲ, ਹਰ ਪੱਖੋਂ ਇਹਨਾਂ ਨਾਲ ਖੜੇ ਹਾਂ। ਔਰ ਲੋਕਾਂ ਨੇ, ਕਈਆਂ ਨੇ ਮੈਂ ਸੋਚਿਆ ਦੋਸ਼ ਲਾਏ, ਮੈਂ ਪਿੰਡ 'ਚ ਰਹਿਣਾ, ਮੈਂ ਵੀ ਗੱਲਾਂ ਕਈਆਂ ਦੀਆਂ ਸੁਣੀਆਂ ਵੀ ਮੈਡਮ ਸਰਕਾਰ ਕੌਰ ਗਹਿਰੀ ਜਾਂ ਜੀ ਲਾਡੀ ਗਹਿਰੀ ਲੋਕਾਂ ਕੋਲੋਂ ਪੈਸੇ ਲੈਂਦਾ ਸੀ, ਪਰ ਅੱਜ ਤੱਕ ਮੈਂ ਸਰਪੰਚ ਆ, 5 ਸਾਲ ਮੈਨੂੰ ਹੋ ਗਏ, 10 ਸਾਲ ਹੋ ਗਏ ਲਾਡੀ ਗਹਿਰੀ ਨਾਲ ਮੈਨੂੰ ਵਿਚਰਦਿਆਂ ਨੂੰ, ਅੱਜ ਤੱਕ ਇਸ ਬੰਦੇ ਨੇ ਉਹ ਸੂਰਜ ਮੱਥੇ ਲੱਗਦਾ ਮੇਰੇ ਕੋਲ 5 ਰੁਪਈਆਂ ਦੀ ਮੰਗ ਨਹੀਂ ਕੀਤੀ। ਮੈਂ ਕਹਿੰਦਾ ਕਿ ਲੋਕਾਂ ਨੂੰ ਮੈਂ ਇਹ ਗੱਲ ਦਾ ਜਵਾਬ ਦਿੰਦਾ, ਯਾਰ ਤੁਸੀਂ ਕਿਵੇਂ ਕਹਿੰਦੇ ਵੀ ਪੈਸੇ ਲੈ, ਮੈਂ ਕਹਿੰਦਾ ਨਹੀਂ, ਪੈਸਾ ਕਿਸ ਤੋਂ ਲਿਆ, ਔਰ ਇਮਾਨਦਾਰ ਲੀਡਰ ਹੈ, ਠੀਕ ਹੈ, ਕੰਮ ਕਰਦਾ ਹੈ, ਔਰ ਖਰਚੇ ਵੀ ਨੇ ਐਮਐਲ ਨੂੰ ਜਿਹੜੇ ਸਰਕਾਰ ਤੋਂ ਮਿਲਦੇ, ਚਲੋ ਉਹਨਾਂ ਕਰਨੇ ਚਾਹੀਦੇ, ਸਾਰੇ ਲੀਡਰ ਹੀ ਨਿੱਕੇ ਮੋਟੇ ਕੰਮ ਕਰਦੇ ਨੇ, ਕੋਈ ਇਹਨਾਂ ਗਲਤ ਨਹੀਂ ਕਰ ਰਿਹਾ। ਪਰ ਜਿਹੜੀ ਟਿਕਟ ਕੱਟੀ ਜਾਣੀ, ਇਹ ਬਹੁਤ ਵੱਡਾ ਧੋਖਾ ਹੋਇਆ, ਬਹੁਤ ਹੀ ਵੱਡਾ ਧੋਖਾ ਹੋਇਆ। ਸਾਡੇ ਮੈਡਮ ਸਤਿਕਾਰ ਕੌਰ ਗਹਿਰੀ ਨਾਲ ਨਹੀਂ, ਸਾਡੇ ਹਲਕੇ ਦੇ ਲੋਕਾਂ ਨਾਲ ਹੋਇਆ, ਕਿਉਂਕਿ ਅਸੀਂ 10 ਸਾਲ ਤੋਂ ਇਹਨਾਂ ਨਾਲ ਪੈਂਟ ਬਣਾ ਰਹੇ ਸੀ। ਅੱਜ ਫੇਰ ਅਸੀਂ ਨਵਾਂ ਘਰ ਸਾਨੂੰ ਵਿਖਾਤਾ, ਉਹ ਨਵੇਂ ਦਾ ਪਤਾ ਨਹੀਂ ਉਹਨੇ ਸਾਡੇ ਨਾਲ ਵਸਣਾ ਕਿ ਨਹੀਂ ਵਸਣਾ। ਕੁੜੀ ਆਪਾਂ ਵਿਆਹ ਦਿੰਦੇ ਆ, ਇੱਕ ਵਾਰੀ ਵਿਆਹੀ ਉਹ ਵਸਦੀ ਨਹੀਂ, ਦੂਜੀ ਵਾਰੀ ਫੇਰ ਉਹਦੇ ਨਾਲ ਵਿਆਹਣ ਤੁਰ ਪੈਂਦੇ ਆ, ਤੇ ਫਿਰ ਪਤਾ ਨਹੀਂ ਉਹ ਅੱਗੋਂ ਨਵਾਂ ਲਿਆ ਦੇ, ਨਵੇਂ ਦੇ ਪਤਾ ਨਹੀਂ ਕੀ ਵਸਾਉਣੀ ਕਿ ਨਹੀਂ ਵਸਾਉਣੀ। ਅਸੀਂ ਪਹਿਲਾਂ ਵਾਲੇ ਨੂੰ ਕਾਮਯਾਬ ਰੱਖੀਏ, ਅਸੀਂ ਕੋਸ਼ਿਸ਼ ਕਰ ਰਹੇ ਹਾਂ ਵੀ ਇਹਦੇ ਘਰੇ ਸਾਡੀ ਇਹ ਕੁੜੀ ਦੁਬਾਰਾ ਵਸੇ, ਤੇ ਜੇ ਆਪਾਂ ਨਵਾਂ ਕਦਮ ਕਰਾਂਗੇ ਪਤਾ ਨਹੀਂ ਉਹਦੀ ਮਰਜ਼ੀ 2 ਦਿਨ ਨਾਲ ਫੇਰ ਉਹ ਭੱਜੇ। ਹੁਣ ਸਾਨੂੰ ਤਾਂ ਇਹ ਲੱਗਦਾ ਵੀ ਇਹ ਤਾਂ ਨਵਾਂ ਬੰਦਾ ਵੀ ਕੀ ਵਾਲਾ ਜੇ ਉੱਧਰੋਂ ਭੱਜ ਗਿਆ ਤੇ ਉਹ ਕਿਤੇ ਛਾਲ ਮਾਰ ਕੇ ਕਿਤੇ ਹੋਰ ਪਾਰਟੀ 'ਚ ਨਾ ਭੱਜੇ, ਠੀਕ ਹੈ ਨਾ। ਤੇ ਅਸੀਂ ਇਹ ਵਿਸ਼ਵਾਸ ਕਿਵੇਂ ਕਰਾਂਗੇ? ਇਹਨਾਂ ਤੇ ਸਾਡਾ ਵਿਸ਼ਵਾਸ ਬਣ ਚੁੱਕਿਆ ਵੀ ਮੈਡਮ ਸਤਿਕਾਰ ਕੌਰ ਗਹਿਰੀ ਨੂੰ ਅਸੀਂ ਹਰ ਪੱਖੋਂ ਜਿਤਾਉਣ ਨੂੰ ਤਿਆਰ ਬੈਠੇ ਸੀ। ਅਸੀਂ ਸਾਰੇ ਨੇ ਪੈਸਾ ਵੀ ਲਾਉਣ ਨੂੰ ਤਿਆਰ ਸੀ, ਔਰ ਇਹਨਾਂ ਦੀ ਮਦਦ ਕਰਨ ਨੂੰ ਤਿਆਰ ਸੀ, ਦਿਨ ਰਾਤ ਇੱਕ ਕਰਕੇ ਇਹਨਾਂ ਨੂੰ ਜਿਤਾਉਣਾ ਸੀ, ਔਰ ਜਿੱਤੇ ਹੋਏ ਸੀ, ਕੋਈ ਸ਼ੱਕ ਨਹੀਂ। ਕੀ ਲੱਗਦਾ ਹੁਣ
ਕਾਂਗਰਸ ਫਿਰੋਜ਼ਪੁਰ ਦਿਹਾਤੀ ਤੋਂ ਸੀਟ ਕੱਢ ਪਾਵੇਗੀ? ਨਹੀਂ ਜੀ, ਬਿਲਕੁਲ ਨਹੀਂ ਲੱਗਦਾ। ਅਸੀਂ ਤਾਂ ਤੁਹਾਨੂੰ ਕਹਿਤਾ ਵੀ ਸੀਟ ਅੱਗੇ ਜਿੱਤੀ ਸੀ, ਪਰ ਹੁਣ ਹਾਰੀ ਜੇ। ਹੁਣ ਤਾਂ ਕੋਲੋਂ ਲਾ ਕੇ ਵੀ ਹਾਰਾਂਗੇ ਜੀ, ਕੋਲੋਂ ਲਾ ਹੁਣ ਕੇ ਲੋਕਾਂ ਦਾ ਇਹ ਕੋਲੋਂ ਲਾ ਕੇ ਵੀ ਹਾਰਾਂਗੇ। 85 ਆ ਸਾਡੀਆਂ, ਇਹ ਸਾਡਾ ਨੇਤਾ 85 ਦੀਆਂ 85 ਬਾਈਕਾਟ ਆ ਸਾਡੀ ਸਾਡੀਆਂ, ਕੀ ਪਤਾ ਕੀ ਕਰਨਾ। ਮੋਟੇ ਹਿਸਾਬ ਨਾਲ ਹੀ। ਤਾਂ ਸਾਡੇ ਨਾਲ ਵਿਧਾਇਕਾ ਸਤਿਕਾਰ ਕੌਰ ਗਹਿਰੀ ਦੇ ਪਤੀ ਜਸਮੇਲ ਸਿੰਘ ਲਾਡੀ ਗਹਿਰੀ ਵੀ ਮੌਜੂਦ ਆ, ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ। ਲਾਡੀ ਜੀ, ਟਿਕਟ ਕੱਟੀ ਗਈ ਆ, ਆਸ਼ੂ ਬਾਂਗੜ ਨੂੰ ਟਿਕਟ ਦੇ ਦਿੱਤੀ ਗਈ ਆ, ਕਿਵੇਂ ਦੇਖਦੇ ਆ? ਦੇਖੋ, ਹਾਈ ਕਮਾਂਡ ਨੇ ਫੈਸਲਾ ਕਰਨਾ ਸੀਗਾ, ਮੈਂ ਕੀ ਕਹਿ ਸਕਦਾ ਇਸ ਬਾਰੇ। ਦੇਖੋ, ਪਹਿਲਾਂ ਤਾਂ ਰਾਹੁਲ ਗਾਂਧੀ ਜੀ ਦਾ ਮੈਂ ਧੰਨਵਾਦੀ ਹਾਂ, ਜਿਹੜੇ ਸੋਨੀਆ ਮੈਡਮ ਗਾਂਧੀ ਦਾ ਔਰ ਪ੍ਰਿੰਕਾ ਗਾਂਧੀ ਦਾ, ਜਿਨ੍ਹਾਂ ਨੇ ਸਾਡੇ ਗਰੀਬਾਂ ਦੇ ਉੱਤੇ 2012 ਦੇ ਵਿੱਚ ਵਿਸ਼ਵਾਸ ਕੀਤਾ ਔਰ ਅਸੀਂ ਜਿਹੜਾ 54 ਵੋਟਾਂ ਦਾ ਫਰਕ ਰਹਿ ਗਿਆ ਸੀ, ਫਿਰ 17 ਸਾਨੂੰ ਟਿਕਟ ਦੇ ਕੇ ਉਹਨਾਂ ਨੇ ਭੇਜਿਆ ਔਰ 21,000 ਦੀ 300 ਦੀ ਲੀਡ ਦੇ ਨਾਲ ਸਾਨੂੰ ਜਿਹੜਾ ਹਲਕਾ ਦਿਹਾਤੀ ਦੀ ਸੰਗਤ ਨੇ ਜਿਤਾਇਆ। ਕਮੀ ਕਿੱਥੇ ਸਮਝਦੇ ਹੋ, ਕਿੱਥੇ ਕਮੀ ਰਹਿ ਗਈ? ਕਿਉਂਕਿ ਲੰਮਾ ਸਮਾਂ ਤੁਸੀਂ ਹਲਕੇ ਵਿੱਚ ਵਿਚਰੇ ਹੋ, ਵਿਕਾਸ ਕਾਰਜ ਵੀ ਕਰਵਾਏ ਆ, ਕਈ ਵਾਰ ਸਵਾਲ ਵੀ ਉੱਠੇ ਆ ਕਿ ਜਿਹੜੇ ਹਲਕੇ ਵਿੱਚ ਕੰਮ ਨਹੀਂ ਹੋਏ। ਕਮੀ ਕਿੱਥੇ ਸਮਝਦੇ ਹੋ, ਕਮੀ ਕਿੱਥੇ ਰਹਿ ਗਈ? ਪਹਿਲਾਂ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਸਾਡੇ ਹਲਕਾ ਦਿਹਾਤੀ ਦੇ 237 ਪਿੰਡ ਆ ਔਰ 3 ਕਸਬੇ ਆ। 237 ਪਿੰਡਾਂ ਦੇ ਵਿੱਚ ਕਿਸੇ ਪਿੰਡ 'ਚ ਵੀ ਤੁਸੀਂ ਜੇ ਜਾਣਾ ਚਾਹੋ ਚੈੱਕ ਕਰ ਸਕਦੇ ਹੋ। ਟੋਟਲ ਪਿੰਡਾਂ ਦੇ ਵਿੱਚ ਵਿਕਾਸ ਹੋਇਆ, ਸ਼ਹਿਰਾਂ ਦੇ ਵਿੱਚ ਕਸਬਿਆਂ 'ਚ ਵਿਕਾਸ ਹੋਇਆ, ਠੀਕ ਹੈ। ਔਰ ਵੱਡੇ ਵੱਡੇ ਪ੍ਰੋਜੈਕਟ ਲਿਆਂਦੇ ਗਏ, ਜਿਵੇਂ PGI ਆ, ਵੇਰਕਾ ਵੱਡਾ ਪਲਾਂਟ ਕੀਤਾ ਗਿਆ, ITI ਸਰਕਾਰੀ ਲੈ ਕੇ ਆਂਦੀ ਟਿੱਬੀ ਕਲਾਂ ਦੇ ਵਿੱਚ, ਠੀਕ ਹੈ। ਬੱਸ ਸਟੈਂਡ ਲੈ ਕੇ ਆਂਦਾ 3 ਕਰੋੜ 72 ਲੱਖ ਦਾ, 3 ਕਰੋੜ 72 ਲੱਖ ਦਾ। ਔਰ ਬਿਜਲੀ ਘਰ, ਮਤਲਬ ਕਿ ਜਿਹੜੇ ਵੱਡੇ ਵੱਡੇ ਪ੍ਰੋਜੈਕਟ ਆ ਹਲਕਾ ਦਿਹਾਤੀ ਦੇ ਵਿੱਚ ਜਿਹੜੇ ਉਹ ਲਿਆਂਦੇ ਗਏ ਸਾਡੇ ਵੱਲੋਂ। ਜੇ ਤੁਸੀਂ ਗੱਲ ਕਰੋਗੇ ਹੁਣ ਜਿਹੜਾ ਆਸ਼ੂ ਬਾਂਗੜ ਦੀ ਕੋਈ ਆਇਆ, ਜਿਹੜਾ ਉਹ ਇੱਕ ਕੈਂਡੀਡੇਟ ਸੀਗਾ ਆਪ ਦਾ। ਵੇਖੋ, ਜਿਹੜੀ ਪਾਰਟੀ ਹੁੰਦੀ ਇੱਕ ਮਾਂ ਹੁੰਦੀ ਆ, ਜਦੋਂ ਪਾਰਟੀ ਕਿਸੇ ਨੂੰ ਟਿਕਟ ਦੇ ਕੇ ਭੇਜਦੀ ਹੈ, ਇੱਕ ਬਹੁਤ ਵੱਡਾ ਵਿਸ਼ਵਾਸ ਦੇ ਕੇ ਭੇਜਦੀ ਆ ਵੀ ਇਹ ਸਾਡਾ ਜਿਹੜਾ ਇਹ ਮਜ਼ਬੂਤ ਆ, ਸਾਡਾ ਆਪਦਾ ਕੈਂਡੀਡੇਟ ਆ। ਉਹ ਜਦੋਂ ਪਾਰਟੀ ਸਾਰੀ ਨੂੰ ਵੇਚ ਦਿੰਦਾ, ਉਦੋਂ ਬਹੁਤ ਵੱਡਾ ਜਿਹੜਾ ਲੋਕਾਂ ਦੇ ਉੱਤੇ ਜਿਹੜਾ ਦਿਲ ਦੇ ਉੱਤੇ ਜਿਹੜੀ ਠੇਸ ਪਹੁੰਚਦੀ ਆ। ਸੋ ਮੈਂ ਚਾਹੁੰਦਾ ਵੀ ਉਹਨੇ ਪਾਰਟੀ ਲਈ ਕੋਈ, ਕਾਂਗਰਸ ਲਈ ਉਹਨੇ ਕੁਛ ਨਹੀਂ ਕੀਤਾ। ਜੇ ਹਮੇਸ਼ਾ ਕਦੇ ਸਾਡੀ ਕਿਤੇ ਟਾਈ ਫਸਦੀ ਪਿੰਡਾਂ ਦੇ ਵਿੱਚ, ਉਹ ਸਾਡੀ ਪਾਰਟੀ ਦੇ ਖਿਲਾਫ ਬੋਲਦਾ ਸੀ, ਅਸੀਂ ਉਹਦੇ ਨਾਲ ਲੜਦੇ ਸੀ, ਕਿਉਂਕਿ ਸਾਡੀ ਪਾਰਟੀ ਜਿਹੜੀ ਉਹ ਕਾਂਗਰਸ ਜਿਹੜੀ ਆ ਮਾਂ ਪਾਰਟੀ ਆ। ਔਰ ਸਾਡੇ ਪਾਰਟੀ ਦੇ ਖਾਤਰ ਅਸੀਂ 2012 ਦੇ ਵਿੱਚ 302 ਦਾ ਪਰਚਾ ਹੋਇਆ, ਜ਼ਮੀਨ ਮੇਰੀ ਵਿਕ ਗਈ, ਘਰ ਮੇਰਾ ਵਿਕ ਗਿਆ ਸੀਗਾ, ਠੀਕ ਆ। ਉਸ ਤੋਂ ਬਾਅਦ ਜਿਹੜਾ ਕਿ ਅਸੀਂ ਨਿੱਕੇ ਨਿੱਕੇ ਬੱਚੇ 2.5 ਸਾਲ ਅਸੀਂ ਮਤਲਬ ਕਿ ਜਿਹੜਾ ਘਰੋਂ ਬੇਕਾਰ ਹੋਏ ਆ। ਅਸੀਂ ਪਾਰਟੀ ਲਈ ਬੜਾ ਸੇਵਾ ਕੀਤੀ ਆ ਔਰ ਸਾਨੂੰ ਵੀ ਇਹ ਪਾਰਟੀ ਨੇ ਜਿਹੜਾ ਕਿ 2017 ਦੇ ਵਿੱਚ ਜਿਹੜਾ MLA ਬਣਾਇਆ, ਮਤਲਬ ਕਿ ਅਸੀਂ ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ। ਹਲਕੇ ਦੇ ਵਿਕਾਸ ਕਾਰਜਾਂ ਦੀ ਗੱਲ ਕਰੀਏ ਤਾਂ ਕਿੱਦਾਂ ਦੇ ਕੰਮ ਤੁਸੀਂ ਜਿਹੜੇ ਕਰਵਾਏ ਆ, ਕਿੰਨਾ ਕੁ ਵਿਕਾਸ ਹੋਇਆ? ਦੇਖੋ, ਪਿੰਡਾਂ ਦੇ ਵਿੱਚ ਪਾਰਕ, ਸਟੇਡੀਅਮ, ਨੌਜਵਾਨਾਂ ਵਾਸਤੇ ਜਿੰਮਾਂ, ਪਾਣੀ ਵਾਲੇ ਛੱਪੜ, ਸੀਵਰੇਜ, ਠੀਕ ਹੈ। ਮਤਲਬ ਕਿ ਪੰਚਾਇਤ ਘਰ, ਕੋਈ ਇਹੋ ਜਿਹਾ ਪਿੰਡ ਕੋਈ ਨਹੀਂ ਹੋਊਗਾ ਜਿਹੜਾ ਜਿਹਦੇ 'ਚ ਅਸੀਂ ਵਿਕਾਸ ਨਾ ਕਰਾਇਆ ਹੋਵੇ। ਜੇ 237 ਪਿੰਡਾਂ ਦੇ ਵਿੱਚ ਅਸੀਂ 2 ਪਿੰਡ ਗਿਣਾ ਦਿਓ, ਅਸੀਂ ਟਿਕਟ ਮੰਗਦੇ ਹੀ ਨਹੀਂਗੇ। ਪਰ ਜੇ ਅਸੀਂ 237 ਪਿੰਡਾਂ ਦੇ ਵਿੱਚ 3 ਕਸਬਿਆਂ 'ਚ ਅਸੀਂ ਡਟ ਕੇ ਕੰਮ ਕਰਾਇਆ, ਵਿਕਾਸ ਕਰਾਇਆ, ਉਹ ਟਿਕਟ ਜਿਹੜੀ ਆ ਉਹ ਮੈਡਮ ਸਤਿਕਾਰ ਕੌਰ ਦਾ ਹੱਕ ਬਣਦਾ ਸੀ, ਜਿਹੜੀ ਕਿ 21,000 ਦੀ ਲੀਡ ਦੇ ਨਾਲ ਜਿੱਤੀ ਹੈ। ਤੁਸੀਂ ਕਹਿ ਰਹੇ ਹੋ ਕਿ ਵਿਕਾਸ ਬਹੁਤ ਕਰਾਇਆ, ਵਿਰੋਧੀ ਕਹਿੰਦੇ ਕਿ ਲਾਡੀ ਗਹਿਰੀ ਨੇ ਲੋਟੀ ਬਹੁਤ ਮਚਾਈ ਹੋਈ ਸੀ, ਨਜਾਇਜ਼ ਪਰਚੇ ਕਰਾਏ ਗਏ, ਰੇਤਾਂ ਦੀਆਂ ਖੱਡਾਂ ਨੂੰ ਲੈ ਕੇ ਵੀ ਆਡੀਓ ਵਾਇਰਲ ਹੋਈਆਂ, ਫਿਰ ਪੈਸੇ ਦੇ ਲੈਣ ਦੇਣ ਨੂੰ ਵੀ ਆਡੀਓ ਵਾਇਰਲ ਹੋਈਆਂ। ਉਸ ਬਾਰੇ ਕਿਵੇਂ ਦੇਖਦੇ ਹੋ, ਕੀ ਕਹਿਣਾ ਚਾਹੋਗੇ? ਮੈਂ ਤੁਹਾਡਾ ਕੁਐਸਚਨ ਦਿੰਨਾਗਾ। ਪਹਿਲੀ ਗੱਲ ਆ, ਜਿਹੜੇ ਵਿਰੋਧੀ ਕਹਿ ਦਿੰਦੇ ਆਪਾਂ ਪਾਰਟੀ ਕਹਿ ਰਹੀ ਆ, ਵਿਰੋਧੀਆਂ ਦਾ ਕੰਮ ਹੁੰਦਾ ਅਗਲੇ ਨੂੰ ਭੰਡਣਾ, ਠੀਕ ਹੈ। ਜਿਹੜੀ ਤੁਸੀਂ ਗੱਲ ਕਰ ਰਹੇ ਹੋ ਨਜਾਇਜ਼ ਮਾਈਨਿੰਗ ਤੇ ਆਪਾਂ ਸਟਾਰਟ ਕਰ ਲੈਂਦੇ ਆ। ਨਜਾਇਜ਼ ਮਾਈਨਿੰਗ ਸਾਡੀ 4 ਸਾਲ ਇੱਥੇ ਜਿਹੜੀ ਆ, ਨਜਾਇਜ਼ ਨਹੀਂ ਕਹਿ ਸਕਦੇ, ਮਾਈਨਿੰਗ ਹੋਈ ਆ ਸਾਡੇ ਹਲਕੇ ਦੇ ਵਿੱਚ। ਉਹ ਹਾਈ ਕਮਾਂਡ ਨੂੰ ਪਤਾ ਕਰਨਾ ਚਾਹੀਦਾ ਵੀ ਉਹ ਕਿਹਨੇ ਕੀਤੀ ਆ। ਜੇ ਵੇਖੋ, ਜੇ ਮੰਨ ਲਓ ਸਰਕਾਰ ਦੇ ਖੱਡੇ ਆ, ਉਹਨੂੰ ਅਸੀਂ ਨਜਾਇਜ਼ ਨਹੀਂ ਕਹਿ ਸਕਦੇ। ਉਹ ਕੰਪਨੀਆਂ ਆਈਆਂ ਸੀ ਜਿਹੜੀ ਕੋਈ ਰਾਜਸਥਾਨ ਵਾਲੀ ਵੱਜਦੀ ਸੀ, ਉਹਨਾਂ ਨੇ ਕੰਮ ਚਲਾਇਆ। ਅਸੀਂ DC ਸਾਹਿਬ ਨੂੰ ਔਰ SSP ਸਾਹਿਬ ਨੂੰ ਬੇਨਤੀ ਕੀਤੀ ਆ ਵੀ ਸਰ ਇਲੈਕਸ਼ਨ ਵੀ ਨੇੜੇ ਆ, ਤੁਸੀਂ ਇਹਨੂੰ ਬੰਦ ਕਰਾ ਦਿਓ। ਉਹ ਕਹਿੰਦੇ ਅਸੀਂ ਕਿਵੇਂ ਬੰਦ ਕਰਾ ਦਈਏ, ਇਹ ਤਾਂ ਸਰਕਾਰੀ ਮਨਜ਼ੂਰ ਆ। ਸੋ ਇਸ ਕਰਕੇ ਉਹ ਠੀਕ ਆ, ਸਾਡੇ ਹਲਕੇ ਦਿਹਾਤੀ ਦੇ ਖੱਡਾਂ ਸੀ, ਉਹ ਸਰਕਾਰ ਚਲਾਉਂਦੀ ਰਹੀ, ਉਹਦੇ 'ਚ ਸਾਡਾ ਕੀ ਕਸੂਰ ਆ। ਜਿਹੜੀ ਗੱਲ ਰਹਿ ਗਈ ਪਰਚੇ ਦੀ, ਤੁਸੀਂ ਕਹਿੰਦੇ ਨਜਾਇਜ਼, ਇੱਕ ਵੀ ਪਰਚਾ ਕੋਈ ਵਿਖਾ ਦੇ ਲਾਡੀ ਗਹਿਰੀ ਨੇ ਕਿ ਪਰਿਵਾਰ ਨੇ ਕਰਾਇਆ ਤੇ ਮੈਂ ਸਿਆਸਤ ਦੀ ਛੱਡ ਦੂੰਗਾ, ਠੀਕ ਹੈ। ਜਿਹੜੀ ਗੱਲ ਕਰਦੇ ਆ, ਵੇਖੋ ਸਰਪੰਚਾਂ ਨੂੰ ਕੋਈ ਬਦਨਾਮ, ਕਿਤੇ MLA ਨੂੰ ਬਦਨਾਮ, ਦੇਖੋ ਇਹ ਗਲਤ ਕਹਾਣੀਆਂ ਜਿਹੜੀਆਂ ਇੱਕ ਦੂਜੇ ਤੇ ਦੋਸ਼ ਲਾਉਣੇ ਹੁੰਦੇ ਆ,
ਉਹ ਬਿਲਕੁਲ ਨਿਆਂ ਮਤਲਬ ਕਿ ਬਿਲਕੁਲ ਗਲਤ ਹੈ। ਠੀਕ ਹੈ, ਕੋਈ ਸਾਬਤ ਕਰੇ, ਕਹਿਣ ਨਾਲ ਕੀ ਕਹਿ ਦਿੰਦਾ, ਕਹਿਣ ਨੂੰ ਕਹਿਦਾ ਮੈਂ ਵੀ ਆ ਫਲਾਨਾ ਚੋਰ ਆ, ਉਹ ਚੋਰ ਨਹੀਂ ਬਣ ਜਾਂਦਾ, ਉਹਨੂੰ ਪ੍ਰੂਫ ਦੇਵੇ ਨਾ ਕੋਈ ਗੱਲ। ਐਂ ਕਹਿਣ ਨਾਲ ਵੀ ਜੇ ਮੰਨ ਲਓ ਅੱਜ ਇਲੈਕਸ਼ਨ ਦਾ ਟਾਈਮ ਆ ਗਿਆ, ਜੇ ਮੈਂ ਕਿਸੇ ਨੂੰ ਭੰਡ ਕੇ ਕਿਹਾ ਮੈਨੂੰ ਟਿਕਟ ਮਿਲ ਜੂਗੀ, ਇਹ ਗਲਤ ਗੱਲਾਂ ਹੁੰਦੀਆਂ ਇਹ ਸਾਰੀਆਂ, ਕੋਈ ਇਹੋ ਜਿਹੀ ਗੱਲ ਨਹੀਂ। ਪਿਛਲੇ ਦਿਨੀ ਤੁਹਾਡੇ ਕਾਂਗਰਸ ਪਾਰਟੀ ਦੇ ਟਕਸਾਲੀ ਆਗੂਆਂ ਵੱਲੋਂ ਵੀ ਜਿਹੜਾ ਵਿਰੋਧ ਕੀਤਾ ਗਿਆ ਸੀਗਾ, ਡਟ ਕੇ ਵਿਰੋਧ ਕੀਤਾ ਗਿਆ ਕਿ ਸਤਿਕਾਰ ਕੌਰ ਗਹਿਰੀ ਨੂੰ ਜਿਹੜੀ ਟਿਕਟ ਨਾ ਦਿੱਤੀ ਜਾਵੇ, ਕੀ ਲੱਗਦਾ ਉਸ ਦਾ ਵੀ ਕੋਈ ਅਸਰ ਪਿਆ? ਹੁਣ ਉਹ ਚੀਜ਼ ਨੂੰ ਪਛਤਾ ਰਹੇ ਆ। ਹੁਣ ਸਾਰੇ ਜਿਹੜੇ ਕੈਂਡੀਡੇਟ ਇਕੱਠੇ ਹੋ ਕੇ ਹਾਈ ਕਮਾਂਡ ਨੂੰ ਲਿਖ ਕੇ ਦੇ ਕੇ ਵੀ ਆਏ ਆ ਵੀ ਸਾਨੂੰ ਅਸੀਂ ਜਿਹੜਾ ਕਿ ਸਾਡੀ ਕਾਂਗਰਸ ਦੀ ਪਾਰਟੀ ਦੇ ਵਿੱਚੋਂ ਹੀ ਕੈਂਡੀਡੇਟ ਹੋਣਾ ਚਾਹੀਦਾ, ਪਰ ਉਹਨਾਂ ਨੇ ਜਿਹੜਾ ਕਿ ਉਹ ਝਾੜੂ ਵਾਲਾ ਜਿਹੜਾ ਕਿ ਆਪ ਵਾਲਾ ਜਿਹੜਾ ਉਹ ਲੈ ਕੇ ਆਂਦਾ। ਹੁਣ ਉਹ ਕਹਿੰਦੇ ਆ ਨਹੀਂ ਸਾਨੂੰ ਗਹਿਰੀ ਚੰਗਾ ਸੀਗਾ ਪਰਿਵਾਰ, ਹਮੇਸ਼ਾ ਸਾਡੀ ਗੱਲ ਤਾਂ ਸੁਣਦਾ ਸੀ, ਮਾੜਾ ਮੋਟਾ ਚਲੋ ਕੋਈ ਪਾਰਟੀ ਦੇ ਵਿੱਚ ਕੋਈ ਮਤਪਾਤ ਵੀ ਹੋ ਜਾਂਦੇ ਆ, ਉਹ ਕਹਿੰਦੇ ਅਸੀਂ ਬਹਿ ਕੇ ਬਿਠਾ ਲਾਂਗੇ, ਸਾਨੂੰ ਗਹਿਰੀ ਨੂੰ ਟਿਕਟ ਮਿਲਣੀ ਚਾਹੀਦੀ। ਦੇਖਿਆ ਜਾਵੇ ਤਾਂ ਨਵਜੋਤ ਸਿੰਘ ਸਿੱਧੂ ਅਤੇ ਰਾਜਾ ਵੜਿੰਗ ਦੇ ਕਾਫੀ ਕਰੀਬੀ ਤੁਸੀਂ ਮੰਨੇ ਗਏ ਹੋ। ਸੋਸ਼ਲ ਮੀਡੀਆ ਤੇ ਫੋਟੋਆਂ ਵੀ ਪੈਂਦੀਆਂ ਰਹੀਆਂ, ਵੀਡੀਓ ਵੀ ਪੈਂਦੀਆਂ ਰਹੀਆਂ, ਉਹਨਾਂ ਨਾਲ ਕੋਈ ਗੱਲਬਾਤ ਨਹੀਂ ਹੋਈ ਤੁਹਾਡੀ? ਦੇਖੋ, ਜੋ ਕਿ ਸਰਦਾਰ ਨਵਜੋਤ ਸਿੰਘ ਸਿੱਧੂ ਸਾਡੇ ਪੰਜਾਬ ਦੇ ਪ੍ਰਧਾਨ ਆ, ਬਹੁਤ ਅੱਛੇ ਇਨਸਾਨ ਆ ਔਰ ਸਾਫ਼ ਸੁਥਰੇ ਆ। ਠੀਕ ਆ, ਉਹਨਾਂ ਨੇ ਵੀ ਹਮੇਸ਼ਾ ਸਾਡੀ ਗੱਲ ਹੁੰਦੀ ਰਹਿੰਦੀ ਸੀ ਔਰ ਸਾਨੂੰ ਉਹਨਾਂ ਨੇ ਪੂਰਾ ਵਿਸ਼ਵਾਸ ਦਿਵਾਇਆ ਸੀ ਕਿ ਬੇਟਾ ਸਤਿਕਾਰ ਤੈਨੂੰ ਟਿਕਟ ਜਿਹੜੀ ਜ਼ਰੂਰ ਮਿਲੂਗੀ। ਗੱਲ ਕਹਿ ਕੇ ਰਹਿੰਦੇ ਆਪਾਂ ਰਾਜਾ ਵੜਿੰਗ ਜੀ ਦੀ, ਉਹ ਵੀ ਚਲੋ ਯੂਥ ਦੇ ਵਿੱਚ ਉਹਨਾਂ ਨੇ ਮਿਹਨਤ ਕੀਤੀ ਸਾਡੇ ਵਾਂਗੂ ਔਰ ਯੂਥ ਦੇ ਵਿੱਚ ਮਿਹਨਤ ਕਰਕੇ ਉਹ ਮੰਤਰੀ ਬਣੇ ਆ, ਸਾਨੂੰ ਬੜੀ ਖੁਸ਼ੀ ਆ। ਚਲੋ ਉਹਨਾਂ ਨੇ ਵੀ ਰਿਕੁਐਸਟ ਕੀਤੀ ਆ, ਜਿਹੜਾ ਗਰੀਬ ਦਾ ਕੰਮ ਹੁੰਦਾ ਹਰੇਕ ਦੇ ਜਾ ਕੇ ਹਾਜ਼ਰੀ ਲਵਾਉਣੀ ਔਰ ਸੇਵਾ ਉਹਨੂੰ ਕਹਿਣਾ ਵੀ ਮੇਰੇ ਸਾਡਾ ਧਿਆਨ ਰੱਖਿਓ, ਔਰ ਉਹਨਾਂ ਨੇ ਸਾਨੂੰ ਵਿਸ਼ਵਾਸ ਵੀ ਦਿੱਤਾ ਸੀਗਾ ਕਿ ਤੁਹਾਨੂੰ ਜਿਹੜੀ ਟਿਕਟ ਆ ਕਿਤੇ ਨਹੀਂ ਹਿੱਲ ਸਕਦੀ, ਤੁਸੀਂ ਇੰਨੀ ਲੀਡ ਨਾਲ ਜਿੱਤੇ ਆ। ਸਾਡੇ ਕੋਲ ਤਾਂ ਪਹਿਲੀ ਗੱਲ ਤਾਂ ਮਹਿਲਾ ਹੀ ਹੈ ਨਹੀਂ ਗਿਆ, ਤੇ ਜੇ ਮਹਿਲਾ ਹੈਗੀਆਂ ਤੇ ਉਹ ਦਲਿਤ ਨਹੀਂ ਹੈਗੀਆਂ। ਸੋ ਸਾਡੀ ਦੋਵੇਂ ਚੀਜ਼ਾਂ ਹੀ ਸੀਗੀਆਂ, ਯੂਥ ਵੀ ਸੀਗਾ, ਮਹਿਲਾ ਵੀ ਸੀਗਾ ਤੇ ਐਸਸੀ ਵੀ ਸੀਗੀ। ਕੀ ਲੱਗਦਾ ਸੋਸ਼ਲ ਮੀਡੀਆ ਤੇ ਰਾਤ ਦੀ ਚਰਚਾ ਛਿੜੀ ਹੋਈ ਆ, ਲੋਕ ਕਮੈਂਟ ਕਰੀ ਜਾਂਦੇ, ਪੋਸਟਾਂ ਪਾਈ ਜਾਂਦੇ ਆ ਕਿ ਐਸਸੀ ਹੋਣ ਕਰਕੇ ਜਿਹੜਾ ਸਭ ਕੁਝ ਖੇਲਿਆ ਗਿਆ, ਖੇਲ ਖੇਲਿਆ ਗਿਆ, ਵਾਕਿਆ ਹੀ ਇਦਾਂ ਦੀ ਗੱਲ? ਹਾਂ, ਮੈਂ ਇਹ ਗੱਲ ਤੁਹਾਨੂੰ ਕਹਿਣਾ ਚਾਹਣਾ ਕਿ ਐਸਸੀ ਕਰਕੇ ਸਾਨੂੰ ਟਿਕਟ ਮਿਲੀ ਸੀ, ਅਸੀਂ ਐਸਸੀ ਸੀਗੇ ਤਾਂ ਹੀ ਟਿਕਟ ਮਿਲੀ ਆ, ਤੇ ਜੇ ਇੱਕ ਟੀਚੀ ਵੀ ਆ ਉਹ ਵੀ ਅੱਜ ਸਾਨੂੰ ਐਸਸੀ ਕਰਕੇ, ਪਰ ਕਿਉਂਕਿ ਤਕੜੇ ਜਿਹੜੇ ਬੰਦੇ ਹੁੰਦੇ ਆ, ਜਿਹੜੇ ਸਮਾਜਦਾਰ ਹੁੰਦੇ ਆ, ਉਹਨਾਂ ਦੀਆਂ ਪਹੁੰਚਾਂ ਬਹੁਤ ਵੱਡੀਆਂ ਹੁੰਦੀਆਂ। ਸਾਡੇ ਗਰੀਬਾਂ ਦੇ ਜਿਹੜੀ ਆ ਵੇਖੋ, ਸਾਡੀ ਹਾਲਤ ਵੇਖ ਲਓ, ਥੱਲੇ ਵਿਖਾ ਦਿਓ ਤੁਸੀਂ ਪਹਿਲਾਂ ਵੀ ਜਿਹਨਾਂ ਦੇ ਪਹਿਲਾਂ ਵੀ ਗੱਲ ਇਹ ਆ ਵੀ ਜਿਹਨਾਂ ਦੇ ਪਹੁੰਚ ਹੀ ਨਹੀਂ ਹੈਗੀ ਉਹ ਕਿੱਥੇ ਕੀ ਕਰੂਗੀ। ਅਸੀਂ ਤਾਂ ਬੇਨਤੀ ਕਰ ਸਕਦੇ ਨਾ ਹਾਈ ਕਮਾਂਡ ਨੂੰ ਵੀ, ਤੇ ਥੱਲੇ ਜਿਹੜੀ ਪੰਜਾਬ ਦੀ ਸਟੇਟ ਦੀ ਜਿਹੜੀ ਆ ਸਾਡੀ ਹਾਈ ਕਮਾਂਡ ਉਹਨਾਂ ਨੂੰ ਵੀ ਸਾਨੂੰ ਟਿਕਟ ਦਿਓ। ਦੇਣੀ ਤਾਂ ਫਿਰ ਹਾਈ ਕਮਾਂਡ ਨੇ ਆ ਨਾ, ਅਸੀਂ ਤਾਂ ਬੇਨਤੀ ਕਰ ਸਕਦੇ ਹਾਂ ਵੀ ਸਾਡਾ ਗਰੀਬਾਂ ਦਾ ਜਿਹੜਾ ਧਿਆਨ ਰੱਖੋ। ਸਾਡੇ ਕੋਲੇ ਕੋਈ ਸਿਫਾਰਿਸ਼ ਵਗੈਰਾ ਨਹੀਂ ਹੈਗੀ, ਸਾਡੇ ਕੋਲ ਪਹੁੰਚ ਨਹੀਂ ਹੈਗੀ, ਅਸੀਂ ਤਾਂ ਤੁਹਾਡੇ ਜੋ ਗਏ, ਅਸੀਂ ਤਾਂ ਤੁਹਾਨੂੰ ਬੇਨਤੀ ਕਰ ਸਕਦੇ ਹਾਂ। ਹੁਣ ਕਾਂਗਰਸ ਪਾਰਟੀ ਨਾਲ ਹੀ ਰਹੋਗੇ ਜਾਂ ਕੋਈ ਹੋਰ ਪਾਰਟੀ ਜੁਆਇਨ ਕਰੋਗੇ? ਦੇਖੋ, ਮੇਰਾ ਅੱਜ ਸਵੇਰ ਤੋਂ ਰਾਤ ਦੇ ਲੋਕ ਮੇਰੇ ਸੁੱਤੇ ਨਹੀਂ ਗਏ, ਜਿੰਨੇ ਸਰਪੰਚ ਆ, ਚੇਅਰਮੈਨ ਆ, ਸਰਪੰਚ ਆ, ਕੈਮਰੇ ਵਾਲੇ ਨੂੰ ਕਹੋ ਮਾੜਾ ਜਿਹਾ ਇੱਧਰ ਨਿਗਾਹ ਮਰਵਾਵੇ, ਸਾਰੇ ਟੋਟਲ ਸਰਪੰਚ ਆ, ਬਲਾਕ ਸੰਮਤੀ ਮੈਂਬਰ ਆ, ਜ਼ਿਲ੍ਹਾ ਪ੍ਰੀਸ਼ਦ ਦਾ ਚੇਅਰਮੈਨ ਆ, ਇਹ ਰਾਤ ਦੇ ਸੁੱਤੇ ਨਹੀਂ, ਨਾ ਇਹ ਸੁੱਤੇ ਨਾ ਮੈਂ ਸੁੱਤਾ, ਦੋਵੇਂ ਹੀ ਰੋਈ ਗਏ, ਦੁੱਖ ਸੁੱਖ ਕਰੀ ਗਏ ਆ ਵੀ ਹੁਣ ਨੇਤਾ ਕੀ ਬਣੂ। ਮੈਂ ਕਿਹਾ ਕੋਈ ਗੱਲ ਨਹੀਂ ਯਾਰ, ਪਾਰਟੀ ਜਿਹੜੀ ਮੈਨੂੰ ਪੂਰਾ ਵਿਸ਼ਵਾਸ ਆ ਦੁਬਾਰਾ ਫੇਰ ਇੱਕ ਵਾਰੀ ਮੌਕਾ ਜਿਹੜੀ ਸੋਚੂਗੀ ਵੀ ਇਹਨਾਂ ਨੂੰ ਜਿਹੜੀ ਇਹਨਾਂ ਟਿਕਟ ਇਹਨਾਂ ਦਾ ਹੱਕ ਬਣਦਾ। ਅਸੀਂ ਹੱਕ ਤੋਂ ਬਿਨਾਂ ਨਹੀਂ ਮੰਗਦੇ। ਵੇਖੋ ਜਿਹੜੇ ਬੰਦੇ ਜਿੱਤੇ ਹੀ ਨਹੀਂ ਗਏ ਹਰੇ ਆ, ਉਹਨਾਂ ਨੂੰ ਟਿਕਟਾਂ ਮਿਲ ਗਈਆਂ, ਅਸੀਂ ਤਾਂ ਫੇਰ ਸੁਖਬੀਰ ਬਾਦਲ ਵਾਂਗੂ ਬਰਾਬਰ ਲੀਡ ਲਈ ਆ। 75,000 ਸੁਖਬੀਰ ਬਾਦਲ ਨੂੰ ਜਿਹੜੀ ਲੀਡ ਵੋਟ ਪਈ ਸੀ, ਸੌਰੀ ਮਾਫ ਕਰਨਾ, 75,000 ਔਰ 72,000 ਕੁਛ ਵੋਟ ਜਿਹੜੀ ਆ ਸਾਨੂੰ ਹਲਕਾ ਦਿਹਾਤੀ ਦੇ ਵਿੱਚ ਪਈ ਆ, ਥੋੜੀ ਨਹੀਂ ਹੁੰਦੀ। ਸੋ ਇਸ ਕਰਕੇ ਸਾਨੂੰ ਪੂਰੀ ਆਸ ਆ ਕਿ ਹਾਈ ਕਮਾਂਡ ਦੁਬਾਰਾ ਸੋਚੂਗੀ। ਕੀ ਫੈਸਲਾ ਹਾਈ ਕਮਾਂਡ ਨੂੰ ਇੱਕ ਵਾਰੀ ਆਪਣੇ ਫੈਸਲੇ ਤੇ ਸੋਚਣਾ ਚਾਹੀਦਾ? ਮੈਂ ਪ੍ਰਿयंका गांधी जी एक ਤੁਹਾਨੂੰ ਗੱਲ ਦੱਸਣਾ ਚਾਹੁੰਦਾ ਕਿ ਉਹ ਚਾਹੁੰਦੇ ਆ ਮੈਂ ਲੜਕੀ ਹੂੰ, ਲੜ ਸਕਤੀ ਹੂੰ। ਸੋ ਮੈਂ ਪ੍ਰਿयंका ਜੀ ਨੂੰ ਹੱਥ ਜੋੜ ਕੇ ਔਰ ਰਾਹੁਲ ਗਾਂਧੀ ਜੀ ਨੂੰ, ਸੋਨੀਆ ਜੀ ਨੂੰ ਔਰ ਸਾਡੇ ਪੰਜਾਬ ਪ੍ਰਧਾਨ ਨੂੰ ਬੇਨਤੀ ਕਰਦਾ ਕਿ ਜੇ ਉਹ ਲੜਕੀ ਵੀ ਆ ਤੇ ਦਲਿਤ ਵੀ ਆ ਤੇ ਜਿੱਤੀ ਹੋਈ ਕੈਂਡੀਡੇਟ ਵੀ ਇੱਕ MLA ਜਿੱਤੀ ਹੋਈ ਆ, ਗਰੀਬ ਬੰਦੇ ਨੂੰ ਬੜੀ ਸੰਘਰਸ਼ ਕਰਨਾ ਪੈਂਦਾ ਇੱਥੋਂ ਤੱਕ ਆਉਣ ਵਾਸਤੇ, MLA ਟਿਕਟ ਲੈਣ ਵਾਸਤੇ। ਸੋ ਅਸੀਂ ਟਿਕਟ ਛੱਡ ਕੇ ਅਸੀਂ ਤਾਂ 22,000 ਦੀ ਲੀਡ ਦੇ ਨਾਲ ਆਪਦੇ ਹਲਕੇ ਨੂੰ ਇੱਕ ਬਹੁਤ ਜਿਹੜਾ ਪਰਿਵਾਰ ਬਣਾਇਆ, ਤੇ ਸਾਡੀ ਜਿਹੜੀ ਉਹ ਟਿਕਟ ਸਾਨੂੰ ਜਿਹੜੀ ਵਾਪਸ ਦਿੱਤੀ ਜਾਵੇ ਔਰ ਜਿਹੜੀ ਸਾਨੂੰ ਇਲੈਕਸ਼ਨ ਲੜਾਇਆ ਜਾਵੇ। ਤਾਂ ਇਸੀ ਸਾਡੇ ਨਾਲ ਵਿਧਾਇਕਾ ਸਤਿਕਾਰ ਕੌਰ ਗਹਿਰੀ ਦੇ ਪਤੀ ਜਸਮੇਲ ਸਿੰਘ ਲਾਡੀ ਗਹਿਰੀ, ਉਹਨਾਂ ਨਾਲ ਗੱਲਬਾਤ ਕੀਤੀ ਆ। ਤੁਹਾਨੂੰ ਤਸਵੀਰਾਂ ਵੀ ਦਿਖਾ ਦਿੰਦੇ ਆ ਇੱਕ ਵਾਰੀ ਕਿ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਵੱਡੀ ਗਿਣਤੀ ਵਿੱਚ ਵਿਧਾਇਕਾ ਸਤਿਕਾਰ ਕੌਰ ਗਹਿਰੀ ਦੇ ਜਿਹੜੇ ਵਰਕਰ ਆ ਉਹ ਇੱਥੇ ਪਹੁੰਚੇ ਹੋਏ, ਪਿੰਡਾਂ ਦੇ ਸਰਪੰਚ ਵੀ ਇੱਥੇ ਪਹੁੰਚੇ ਆ ਅਤੇ ਵਿਧਾਇਕਾ ਸਤਿਕਾਰ ਕੌਰ ਗਹਿਰੀ ਦੀ ਟਿਕਟ ਕੱਟੇ ਜਾਣ ਨੂੰ ਲੈ ਕੇ ਜਿਹੜਾ ਵਿਰੋਧ ਜਤਾਇਆ ਜਾ ਰਿਹਾ ਤੇ ਕਾਂਗਰਸ ਹਾਈ ਕਮਾਂਡ ਤੋਂ ਮੰਗ ਕੀਤੀ ਜਾ ਰਹੀ ਆ
ਕਿ ਜੋ ਵਿਧਾਇਕਾ ਸਤਿਕਾਰ ਕੌਰ ਗਹਿਰੀ ਦੀ ਟਿਕਟ ਕੱਟੀ ਗਈ ਆ ਉਸ ਤੇ ਇੱਕ ਵਾਰ ਫਿਰ ਵਿਚਾਰ ਵਟਾਂਦਰਾ ਜਿਹੜਾ ਉਹ ਪਾਰਟੀ ਨੂੰ ਕਰਨਾ ਚਾਹੀਦਾ, ਨਹੀਂ ਤਾਂ ਆਉਣ ਵਾਲੇ ਦਿਨਾਂ ਵਿੱਚ ਪਾਰਟੀ ਨੂੰ ਇੱਕ ਵੱਡਾ ਖਮਿਆਜਾ ਜਿਹੜਾ ਭੁਗਤਣਾ ਪੈ ਸਕਦਾ। ਫਿਰੋਜ਼ਪੁਰ ਤੋਂ ਪਰਮਜੀਤ ਸਾਣਾ, ਪੰਜਾਬੀ ਲੋਕ ਚੈਨਲ।